कौन सी सब्सिडी दिया? इस एक किसान को जो सब्सिडी मिला होता तो ये आग नहीं लगाता। आग इसलिए मजबूरी को लगा रहे हैं क्योंकि पशु के लिए चारा अभी बीजेंगे तो फिर पशु को डालेंगे। ये जो अभी परचीन बीजना है ना, अब इतनी देर पराली को संभाल के रखा कि कम से कम इसको उठा लेंगे, कुछ ले जाएगा, कुछ ये करेगा वो करेगा, लेकिन कुछ भी नहीं इसका हुआ पराला, तो इसके मजबूरी तौर पे आग लगा। नहीं सर, वो भी ਤੁਹਾਡੇ ਸਾਹਮਣੇ ਹੀ ਆ। ਹੁਣ ਖੇਤੀ ਦਾ ਕਿੰਨਾ ਕੁ ਪ੍ਰਦੂਸ਼ਣ ਆ। ਆਪਣੇ ਕਰੋਨਾ ਟਾਈਮ 'ਚ ਸੀ, ਉਦੋਂ ਵੀ ਅੱਗ ਲੱਗੀ ਸੀ, ਉਦੋਂ ਇੱਥੋਂ ਪਹਾੜ ਦੀਦੇ ਸੀਗੇ, ਤੇ ਅੱਜ ਦੇ ਟਾਈਮ 'ਚ ਇੱਥੇ ਫੈਕਟਰੀਆਂ ਫੇਰ ਦੁਬਾਰਾ ਉਹੀ ਚੱਲੀਆਂ ਆ ਤੇ ਪ੍ਰਦੂਸ਼ਣ ਹੋਣ ਲੱਗ ਪਿਆ ਆ। ਕਾਰਨ ਇਹ ਹੈ ਜੀ, ਹੁਣ 2 ਦਿਨਾਂ 'ਚ ਬਰਸੀਨ ਬੀਜਣਾ ਆ। ਬਰਸੀਨ ਦਾ ਟਾਈਮ ਹੈਗਾ ਥੋੜੇ ਟਾਈਮ 'ਚ, ਤੇ ਨਾ ਸਾਤੋਂ ਇੰਨਾ ਟਾਈਮ ਹੈਗਾ ਆ। ਹੁਣ ਪੱਲਵਾ ਤੁਹਾਡੇ ਸਾਹਮਣੇ ਪਰਾਲੀ ਇਕੱਠੀ ਕਰਾਈ ਸੀਗੀ, ਜਿਹੜੇ ਬੰਦੇ ਨੇ ਚੱਕ ਕੇ ਲੈ ਕੇ ਜਾਣੀ ਉਹ ਮੁੱਕਰ ਗਏ ਆ, ਇਸ ਕਰਕੇ ਇਹ ਅੱਗ ਲਾਉਣੀ ਪੈ ਰਹੀ ਹੈ। ਭਾਰਤ 'ਚ ਪ੍ਰਦੂਸ਼ਣ ਦਾ ਲੈਵਲ ਦਿਨ ਪ੍ਰਤੀ ਦਿਨ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰਕਾਰਾਂ ਦੇ ਨਾਲ-ਨਾਲ ਆਮ ਲੋਕ ਵੀ ਬਹੁਤ ਚਿੰਤਿਤ ਨੇ। ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ 'ਚ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਅਜੇ ਵੀ ਲਗਾਤਾਰ ਜਾਰੀ ਹੈ। ਉੱਥੇ ਹੀ ਪਰਾਲੀ ਨੂੰ ਅੱਗ ਲਗਾਉਣ ਦੇ ਵਿੱਚ ਪੰਜਾਬ ਸਭ ਤੋਂ ਉੱਪਰ ਹੀ ਚੱਲ ਰਿਹਾ ਹੈ, ਜਿੱਥੇ ਕੁਝ ਹੀ ਦਿਨਾਂ ਦੇ ਵਿੱਚ ਹਜ਼ਾਰਾਂ ਹੀ ਮਾਮਲੇ ਅੱਗ ਲਗਾਉਣ ਦੇ ਦਰਜ ਕੀਤੇ ਜਾ ਚੁੱਕੇ ਨੇ। ਇਸੇ ਨੂੰ ਲੈ ਕੇ ਜਲੰਧਰ ਦੇ ਵਿੱਚ ਸਾਡੀ ਟੀਮ ਨੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਤੇ ਸਰਕਾਰ ਅਤੇ ਇੰਡਸਟਰੀ ਨੂੰ ਵੀ ਘੇਰਿਆ। ਆਪਣੇ ਖੇਤਾਂ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਹੈ ਅਤੇ ਸਰਕਾਰਾਂ ਦੇ ਵੱਲੋਂ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਇੱਥੋਂ ਤੱਕ ਕਿ ਛੋਟੇ ਕਿਸਾਨਾਂ ਨੂੰ ਸਬਸਿਡੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ ਤੇ ਸੌਦਾ ਕਰਨ ਦੇ ਲਈ ਪਰਾਲੀ ਦੀ ਸਮੱਸਿਆ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਮਸ਼ੀਨਾਂ ਭੇਜੀਆਂ ਜਾਂਦੀਆਂ ਨੇ ਉਹ ਛੋਟੇ ਕਿਸਾਨਾਂ ਨੂੰ ਉਪਲਬਧ ਵੀ ਨਹੀਂ ਕਰਵਾਈਆਂ ਜਾਂਦੀਆਂ, ਪਰ ਇਹਨਾਂ ਮਸ਼ੀਨਾਂ ਨੂੰ ਵੱਡੇ ਜ਼ਿਮੀਂਦਾਰ ਲੈ ਜਾਂਦੇ ਨੇ। पराली को आग लगाई जा रही है, क्या कारण है कि पराली को आग ही लगाई जाती है? इससे और भी क्योंकि पोल्यूशन होता है, तो कहीं ना कहीं आपको चाहिए नहीं कि जो आग पराली को लगा रहे हैं किसान, वो नहीं लगानी चाहिए? ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਸਹਿਮਤ ਹਾਂ, ਪਰ ਸਾਤੋਂ ਉਹਨਾਂ ਟਾਈਮ ਹੈ ਨਹੀਂ ਗਾ ਜੀ। ਸਭ ਤੋਂ ਪਹਿਲਾਂ ਤਾਂ ਆਪਣੇ ਐਪਲੀਮੈਂਟ ਨਹੀਂਗੇ ਪੂਰੇ ਆਪਣੇ ਕੋਲ, ਹਾਂਜੀ, ਤੇ ਨਾ ਅਸੀਂ ਜਿੱਦਾਂ ਲਾ ਲਓ ਵੀ ਵਾਲੇ ਵੱਡੇ ਜ਼ਿਮੀਂਦਾਰ ਆ ਵੀ ਜਿਹੜੇ ਇਹਨੇ ਲੈ ਸਕਦੇ ਆ। ਵੱਧ ਤੋਂ ਵੱਧ ਜਾਣੀ ਕਿ ਅਸੀਂ ਇੰਨਾ ਕਰ ਸਕਦੇ ਹਾਂ ਵੀ ਪਰਾਲੀ ਕਿਸੇ ਨੂੰ ਚੁਕਾ ਦਈਏ ਜਾਂ ਇੱਦਾਂ ਆ, ਤੇ ਉਹ ਆਪਣੇ ਇੰਨੇ ਵੱਡੇ ਪੱਧਰ 'ਤੇ ਕੰਮ ਨਹੀਂ ਚੱਲ ਰਿਹਾ। लेकिन आपकी तरफ से अभी आग लगाई गई है, तो क्या कारण है? ਕਾਰਨ ਇਹ ਹੈ ਜੀ, ਹੁਣ 2 ਦਿਨਾਂ 'ਚ ਬਰਸੀਨ ਬੀਜਣਾ ਆ। ਬਰਸੀਨ ਦਾ ਟਾਈਮ ਹੈਗਾ ਥੋੜੇ ਟਾਈਮ 'ਚ, ਤੇ ਨਾ ਸਾਤੋਂ ਇੰਨਾ ਟਾਈਮ ਹੈਗਾ ਆ। ਹੁਣ ਪੱਲਵਾ ਤੁਹਾਡੇ ਸਾਹਮਣੇ ਪਰਾਲੀ ਇਕੱਠੀ ਕਰਾਈ ਸੀਗੀ, ਜਿਹੜੇ ਬੰਦੇ ਨੇ ਚੱਕ ਕੇ ਲੈ ਕੇ ਜਾਣੀ ਉਹ ਮੁੱਕਰ ਗਏ ਆ, ਇਸ ਕਰਕੇ ਹੀ ਅੱਗ ਲਾਉਣੀ ਪੈ ਰਹੀ ਹੈ। लेकिन सरकार की तरफ से तो केंद्र सरकार ने पंजाब सरकार को कई इक्विपमेंट भेजे हैं, कई मशीनें भेजी हैं, जिससे पराली को जो जलाया ना जाए, उसी पराली को मिट्टी में ही कर दिया जाए। ਨਹੀਂ ਭੇਜੇ ਨੂੰ ਤਾਂ ਲਾ ਲਓ 10 ਸਾਲ ਹੋ ਗਏ ਜੀ ਭੇਜਦਿਆਂ ਨੂੰ, ਹਜੇ ਤੱਕ ਆਏ ਕਿਹਨਾਂ ਕੋਲ ਆ? ਕਿਸੇ ਕੋਲ ਨਹੀਂ ਆਏ, ਤੇ ਨਾ ਇੰਨੇ ਉਹ ਲਾ ਲਓ ਵੀ ਸਾਤੋਂ ਪੈਸੇ ਆ ਵੀ ਉਹ ਚੀਜ਼ਾਂ ਖਰੀਦ ਸਕਦੇ ਆ। ਬਾਕੀ ਡੀਜ਼ਲ ਤੁਹਾਨੂੰ ਪਤਾ ਅੱਗੇ ਬਹੁਤ ਮਹਿੰਗਾ ਆ, ਇਹਨੂੰ ਹੁਣ ਵਿੱਚ ਮਿਲਾਉਣ ਨੂੰ ਘੱਟੋ ਘੱਟ 8-9 ਹਜ਼ਾਰ ਰੁਪਈਆ ਲੱਗ ਜਾਂਦਾ ਆ। ਸਰਕਾਰ ਵੱਲੋਂ ਕੀ ਮਿਲਿਆ? ਕੁਛ ਵੀ ਨਹੀਂ। ਤੇ ਹੁਣ ਐਤਕੀ ਝਾੜ ਆ ਉਹ ਵੀ ਘੱਟ ਨਿਕਲੇ ਆ। सर जो आपको सब्सिडी मिलती है उसका आप क्या करते हैं? ਸਬਸਿਡੀ ਕਿੰਨੀ? 2000 ਰੁਪਈਆ ਮਿਲਦਾ, ਤੁਹਾਨੂੰ ਵੀ ਪਤਾ। 2000 ਤਾਂ ਮੇਰੇ ਹਿਸਾਬ ਨਾਲ ਸਟਾਰਟ ਕਰਕੇ ਇੱਥੇ ਤੱਕ ਆਉਂਦਾ, ਤੇਲ ਖਾ ਜਾਂਦਾ ਟਰੈਕਟਰ। या अगर बात की जाए तो जैसे आपने बताया, लेकिन प्रदूषण जो हो रहा है, IQ लेवल जो कम हो रहा है, सांस लेने में दिक्कत आ रही है, लोगों को प्रॉब्लम आ रही है, क्योंकि जो कहीं ना कहीं बीमारियां हैं जो लोगों को ग्रसित कर रही है, तो उसके बारे में क्या है? ਨਹੀਂ ਸਰ, ਉਹ ਵੀ ਤੁਹਾਡੇ ਸਾਹਮਣੇ ਹੀ ਆ। ਹੁਣ ਖੇਤੀ ਦਾ ਕਿੰਨਾ ਕੁ ਪ੍ਰਦੂਸ਼ਣ ਆ। ਆਪਣੇ ਕਰੋਨਾ ਟਾਈਮ 'ਚ ਸੀ, ਉਦੋਂ ਵੀ ਅੱਗ ਲੱਗੀ ਸੀ, ਉਦੋਂ ਇੱਥੋਂ ਪਹਾੜ ਦੀਦੇ ਸੀਗੇ, ਤੇ ਅੱਜ ਦੇ ਟਾਈਮ 'ਚ ਇੱਥੇ ਫੈਕਟਰੀਆਂ ਫੇਰ ਦੁਬਾਰਾ ਉਹੀ ਚੱਲੀਆਂ ਆ ਤੇ ਪ੍ਰਦੂਸ਼ਣ ਹੋਣ ਲੱਗ ਪਿਆ ਆ। तो कहने का मतलब कि आप फैक्ट्रियों के ऊपर जो आप बता रहे हो, मतलब आपके पोल्यूशन से नहीं है बीमारी? ਨਹੀਂ ਬਿਲਕੁਲ ਨਹੀਂ ਗਾ ਜੀ। ਵੱਧ ਤੋਂ ਵੱਧ ਕਿੰਨਾ 4% ਆ ਪ੍ਰਦੂਸ਼ਣ। ਆਪਣੇ ਕਿਹੜਾ ਇੱਥੇ ਇਕੱਲੇ ਆ? ਹੁਣ ਲਾਇਆ ਜਾਵੇ ਬਾਹਰਲੇ ਮੁਲਕਾਂ 'ਚ ਵੀ ਅੱਗ ਲਾਉਂਦੇ ਆ, ਕਈ ਥਾਂ ਤਾਂ ਗੰਨਾ ਵੀ ਇੱਦਾਂ ਵੱਢਦੇ ਆ ਵੀ ਉਹਨੂੰ ਪਹਿਲਾਂ ਅੱਗ ਲਾਉਂਦੇ ਆ, ਉਹਨਾਂ ਦੇ ਨਹੀਂ ਪ੍ਰਦੂਸ਼ਣ ਹੁੰਦਾ। ਆਪਣੇ ਇੱਦਾਂ ਵੀ ਲਾ ਲਓ ਵੀ ਜ਼ਿਮੀਂਦਾਰ ਇੱਕ ਮਾੜਾ ਬੰਦਾ ਕਰਕੇ ਇੱਥੇ ਸਾਰੀ ਗੱਲ ਛੱਡ ਦਿੰਦੇ ਆ ਵੀ ਹਾਂ ਵੀ ਇਹਨਾਂ ਨੇ ਅੱਗ ਲਾਈ ਆ। नहीं तो लेकिन सरकार ने तो अब जैसे कई कल अगर देखें, बात की है संगरूर में, बरनाला में, तो वहाँ पे कई जो किसानों की ज़मीनों को रेड जो कर दिया गया घोषित, उन पर मामला दर्ज करने की भी बात कही गई है। ਤੇ ਮਾਮਲੇ ਜੀ ਪਹਿਲਾਂ ਤੋਂ ਵੀ ਦਰਜ ਹੁੰਦੇ ਹੀ ਆ ਰਹੇ ਆ, ਕਿਹੜੇ ਇਹ ਪਹਿਲੇ ਆ? ਜਿੱਥੇ ਬਾਹਰ ਇੱਥੇ ਕਿਹੜਾ ਰੋਟੀ ਖਾ ਹੁੰਦੀ ਉਹੀ ਜਾ ਕੇ ਅੰਦਰ ਜਾ ਕੇ ਖਾ ਲਾਂਗੇ, ਹੋਰ ਕੀ ਰਹਿ ਗਿਆ? मतलब आपको फ़र्क नहीं पड़ेगा कि जो ਫਰਕ ਤਾਂ ਪੜੇ ਜੇ ਸਾਡੇ ਕੋਲ 4 ਪੈਸੇ ਹੋਣ,
ਉਹਨੇ ਕਿ ਕਮਾਉਣਾ ਉਹਨਾਂ ਕੁ ਖਾਣਾ ਆ ਤੇ ਚਲੋ ਅੰਦਰ ਚੱਲ ਕੇ ਫਿਰ ਅੰਦਰ ਜਾ ਕੇ ਖਾ ਲਾਂਗੇ, ਹੋਰ ਕੀ ਆ। ਹੁਣ ਤੁਹਾਡੇ ਸਾਹਮਣੇ ਕਿੰਨੀਆਂ ਫੈਕਟਰੀਆਂ ਪ੍ਰਦੂਸ਼ਣ ਆ, ਸ਼ਹਿਰ 'ਚ ਵੱਧ ਆ, ਤੁਹਾਡੇ ਆ ਸਾਹਮਣੇ ਆਲੇ ਦੁਆਲੇ ਵਾਤਾਵਰਨ ਖਰਾਬ ਆ ਪੂਰਾ। ਇਸ ਸੰਬੰਧੀ ਹਰਸਲਿੰਦਰ ਸਿੰਘ ਕਿਸ਼ਨਗੜ੍ਹ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਅੱਗ ਲਗਾਉਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਦਾ, ਸਿਰਫ ਉਹੀ ਅੱਗ ਲਗਾਉਂਦੇ ਨੇ ਅਤੇ ਅੱਗ ਵੀ ਬਹੁਤ ਥੋੜੇ ਕਿਸਾਨ ਲਗਾਉਂਦੇ ਨੇ। ਬਰਸੀਨ ਨੂੰ ਜਲਦੀ ਬੀਜਣ ਦੇ ਕਾਰਨ ਉਹਨਾਂ ਦੇ ਵੱਲੋਂ ਮਜਬੂਰੀ 'ਚ ਅੱਗ ਲਗਾਈ ਗਈ ਹੈ, ਕਿਉਂਕਿ ਕਾਫੀ ਸਮਾਂ ਇੱਥੇ ਪਰਾਲੀ ਪਈ ਰਹੀ ਅਤੇ ਕਿਸੇ ਵੀ ਤਰ੍ਹਾਂ ਦਾ ਹੱਲ ਨਹੀਂ ਨਿਕਲਿਆ ਸੀ, ਨਾ ਹੀ ਕੋਈ ਲੈ ਕੇ ਗਿਆ। ਸਰਕਾਰ ਨਾਲ ਕਈ ਵਾਰ ਗੱਲ ਵੀ ਹੋਈ ਹੈ ਪਰ ਕੋਈ ਹੱਲ ਨਹੀਂ ਨਿਕਲ ਰਿਹਾ। ਇਸ ਦੀ ਜ਼ਿੰਮੇਵਾਰ ਇੰਡਸਟਰੀ ਹੈ, ਨਾ ਕਿ ਅਸੀਂ। ਇਹਨਾਂ ਕਾਰਨਾਂ ਦੇ ਕਰਕੇ ਹੀ ਕਿਸਾਨਾਂ ਨੂੰ ਕਈ ਵਾਰ ਮੌਤ ਦਾ ਰਸਤਾ ਵੀ ਅਪਣਾਉਣਾ ਪੈਂਦਾ है। ਹੋਰ ਕੀ ਕਿਹਾ सुन सकते हो ਤੁਸੀਂ। आ रहे हैं जिमीदार, जो छोटे जिमीदार हैं जिसके पास अप्रोच नहीं होती वो आग लगाते हैं, बहुत कम आग लगाते हैं। बाकी जिसके पास इम्प्लीमेंट हैं, जिसको सरकार ने दिए हैं 80% सब्सिडी थे, वो तो आग लगा ही नहीं रहे, कहीं भी नहीं लगा रहे। अगर जिसके पास नहीं है, जिसको नहीं सरकार मुहैया करती, उसको आग लगाते हैं। अगर बात करें छोटे किसानों की, तो उनको जो सब्सिडी मिल रही है तो सब्सिडी भी लगातार कौन दे रही है सरकार। और कौन सी सब्सिडी दिया? इस एक किसान को जो सब्सिडी मिला होता तो ये आग नहीं लगाते। आग इसलिए मजबूरी को लगा रहे हैं क्योंकि पशु के लिए चारा अभी बीजेंगे तो फिर पशु को डालेंगे। और देखो परसीन कितना कितना हो गया। ये जो अभी परसीन बीजना है ना, अब इतनी देर पराली को संभाल के रखा कि कम से कम इसको उठा लेंगे, कुछ ले जाएगा, कुछ ये करेगा वो करेगा, लेकिन कुछ भी नहीं इसका हुआ पराला, तो इसके मजबूरी तौर पे तो आग अभी लगा। भी जैसे पराली को आग लगाई गई, लेकिन मीडिया को देख के आग को बंद कर दिया गया, बुझा दिया गया है। लेकिन जब ऐसी कोई नौबत आती है तब किसान जो है वो ये अपना दुखड़ा सुना देते हैं कि हमें जी सरकार की तरफ से कुछ नहीं मिल पाता, कोई सब्सिडी नहीं मिल पाती, कोई क्यूमेंट नहीं दे रही है। लेकिन अगर आप सरकार से बात नहीं करेंगे तो मिलेगा कैसे? सरकार को बहुत बार बोला है, सरकार को बात क्यों नहीं करते? सब तो किसान चला चला के बोल रहे हैं, तड़प रहे हैं, पीट रहे हैं सरकार की। मतलब कि अभी सब्सिडी दो या कोई इसका मुआवजा दो, कुछ ना कुछ दो, तो हम लोग नहीं जलाएंगे। अगर बात करें तो वो आपके बिल्कुल नज़दीक में ही पराली से तेल बनाया जा रहा है। तो जितना तेल बनाया जा रहा है, कहाँ से किसान बोलता है कि उसको तेल वाले को नहीं देनी, हम लोग को ऐसे ही जलानी है? हमको शौक नहीं है। जितना वो संभालेगा, देखो वो कितना संभाल लेगा, पूरे पंजाब की संभाल लेगा? अगर पूरे पंजाब की संभाल लेगा तो एक भी किसान आग नहीं लगाएगा। नहीं, अभी बात की जाए तो गेहूं- लेकिन इससे जो पोल्यूशन हो रहा है, जो बीमारियां लोगों को लग रही हैं, क्योंकि इससे जो हवा का ऑक्सीजन है उसका लेवल कम हो जाता है। बहुत अच्छी बात आप लोग बोला। देखिए जिस टाइम कोरोना काल था उस टाइम किसानी चल रही थी ना, किसानी चल रही थी उस टाइम पोल्यूशन कहाँ था? बिल्कुल साफ था ना, नदी भी सब साफ हो गया था। और पोल्यूशन है इंडस्ट्री का तो ट्रांसपोर्ट का, और उसका क्यों नहीं कहा जाता? किसान के ऊपर क्यों थोपा जाता है? परमात्मा ने खुद चश्मा दिखाया कि सरकारें ऐसा मत करो। जो किसान लोग को बार बार कोस रहे हैं ना, आज किसान सबका पेट भर रहा है, आप भूखा मर रहा है, कभी फांसी चढ़ रहा है, कभी दरख्त के पेड़ पे लटक रहा है। समझे क्या क्यों पर लटक रहा है? बात की जाए तो इससे जो खेती की ज़मीन है, जो मिट्टी है, वो उसकी जो नमी है वो कम हो जाती है। और दूसरी बात है कि वो उपजाऊ नहीं हो पाती, तो फिर उसको भी आपको कहीं ना कहीं जो काफ़ी दवाएं जो छिड़कनी पड़ती हैं। बिल्कुल, देखो तुम आप लोग मिट्टी का कितना फिक्र करते हैं, कि सरकार लोग कितना मिट्टी का फिक्र करती है, लेकिन किसान का फिक्र क्यों नहीं करती? जो फाहा लेके मर रहा है उसके लिए क्यों नहीं मीडिया भी बोलता, क्यों नहीं सरकारें भी बोलती? ठीक है ना जी। किसान दे मेरे ख्याल इंसान दे नालों और जो जीव जंतु हैं उनका ज़्यादा फिक्र लगता है मुझे, सरकार को भी और मीडिया को भी। क्योंकि कम से कम जब कुदरत ने सारा चश्मा दिखा दिया कि जब कोरोना काल था और किसानी भी चल रहा था, उस टाइम आग भी लगा रहे थे और रीण भी धुआं नहीं दिखाई देता था, रीण भी नहीं। और कौन सा चिमनी है जो दिल्ली वाले बार बार बोल देते हैं हमारे धुआं आ गया, पंजाब का धुआं आ गया, हरियाणा का धुआं आ गया। इंडस्ट्री का धुआं जो होता है केमिकल वाला धुआं होता है, वो ख़राब करता है। उसके आप लोग एक बार सांस लेके दिखाओ। इसमें किसान हर वक्त रहता है, इसमें तो बताओ तो किसान को कितना खांसी हो जाता है, कितनी बीमारी लग जाता है। इसका बीमारी कैसे लगता है? ये नेचुरल है, ये जैविक है, इस धुएँ का कोई नुकसान नहीं है इतना जितना सरकारें बोल रही है। सरकार सिर्फ सियासत कर रही है, सेंटर सरकार सिर्फ वैसे ही पंजाब पे डंडा डाल के रखती है, ये बात है और कोई बात नहीं। ਪਰਾਲੀ ਨੂੰ ਅੱਗ ਲਗਾਉਣਾ ਕੋਈ ਸਹੀ ਹੱਲ ਨਹੀਂ ਹੈ, ਸੋ ਕਿਸਾਨਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕੋਈ ਸਹੀ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਅਗਲੀ ਜਨਰੇਸ਼ਨ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ? ਕਮੈਂਟ ਕਰਕੇ ਆਪਣੀ رائے ਵੀ ਜ਼ਰੂਰ ਦੇ ਸਕਦੇ ਹੋ। ਪੈਚ
ਤੁਸੀਂ ਇਸ ਸੰਬੰਧੀ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਵੀ ਜਰੂਰ ਦੇ ਸਕਦੇ ਹੋ। ਹਰੇਕ ਤਰ੍ਹਾਂ ਦੀ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਹੌਟ ਨਿਊਜ਼ ਇੰਡੀਆ ਦੇ ਨਾਲ।